ਲਈ ਅਗਰ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਕੌਤਕ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ। ਦਿੱਲੀਓਂ ਸੱਦਾ, ਗੁਰੂ ਜੀ ਆਪਣਾ ਕਾਰਜ ਵਿਸ਼ੇਸ਼ ਤਾਂ ਵੱਡੇ ਗੁਰੂ ਸਾਹਿਬਾਂ ਵਾਂਗੂ ਧਰਮ ਪ੍ਰਚਾਰ ਦਾ ਹੀ ਕਰਦੇ ਸੀ, ਪਰ ਵੀਰ ਅਸੀਂ ਠਾਠ ਵੱਲ ਵੀ ਧਿਆਨ ਸੀ। ਕੁਛ ਸੈਨਾ ਵੀ ਹੋ ਗਈ ਸੀ, ਚਾਹੋ ਅਜੇ ਬੜੀ ਥੋੜੀ ਸੀ। ਤਖਤ ਉੱਤੇ ਬੈਠਣਾ, ਸ਼੍ਰੀ ਸਾਹਿਬਾਦ ਲਿਬਾਸ ਅਤੇ ਚੜ੍ਹਤ ਬੜਤ ਸਿਪਾਹੀਆਨਾ ਵੀ ਸੀ। ਰੱਬ ਦੀ ਦਾਤ, ਸਰੀਰ ਚੰਗਾ, ਸਰੂ ਵਾਂਗੂ ਉੱਚਾ ਵੱਧ ਮੌਲਿਆ, ਸ਼ਕਲ ਸੂਰਤ ਅਤ ਸੋਹਣੀ ਸੀ। ਕੱਦ ਵਿੱਚ ਚੰਗੇ ਜਵਾਨਾਂ ਤੋਂ ਮੋਢਾ ਕੱਢ ਟੁਰਦੇ ਸਨ। ਸੰਗਤਾਂ ਸਾਰੇ ਦੇਸ਼ ਵਿੱਚ ਫੈਲ ਰਹੀਆਂ ਸਨ। ਪੰਜਾਬ ਵਿੱਚ ਤਾਂ ਸ਼ਹਿਰਾਂ ਗਿਰਾਵਾਂ ਵਿੱਚ ਥਾਈਂ ਸਿੱਖਾਂ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਹੋ ਤੁਰੀ। ਕਈ ਵੇਰ ਜੀਵਨ ਦਾਨ ਲੈਣ ਆਏ ਕਈ ਸਿੱਖ ਜੋ ਆਪੋ ਵਿੱਚ ਕਿਸੇ ਗੱਲੇ ਝਗੜੇ ਜਾਂ ਵੈਰ ਵਿਰੋਧ ਵਿੱਚ ਹੁੰਦੇ ਤਾਂ ਉਹ ਨਿਆਂ ਗੁਰੂ ਜੀ ਅੱਗੇ ਲਿਆ ਰੱਖਦੇ, ਤੇ ਜੋ ਹੁਕਮ ਹੋ ਜਾਂਦਾ ਦੋਏ ਧਿਰਾਂ ਉਸ 'ਤੇ ਟੁਰ ਪੈਂਦੀਆਂ। ਸਿੱਖਾਂ ਦੇ ਪਰਸਪਰ ਝਗੜਿਆਂ ਦੇ ਨਿਬੇੜੇ ਇਹ ਪਹਿਲੇ ਗੁਰੂ ਸਾਹਿਬਾਂ ਦੇ ਵੇਲੇ ਵੀ ਕਈ ਵਾਰ ਸਤਿਗੁਰੂ ਨਿਬੇੜਦੇ ਸਨ। ਸਿੱਖ ਅਦਾਲਤਾਂ ਵਿੱਚ ਘੱਟ ਹੀ ਜਾਂਦੇ, ਪਰ ਹੁਣ ਹੋਰ ਲੋਕ ਵੀ ਕਈ ਵਾਰ ਗੁਰੂ ਜੀ ਦੇ ਨਿਆਂ ਨੂੰ ਸੱਚ ਅਤੇ ਅੰਤਰਜਾਮਤਾ ਦੇ ਰੰਗ ਵਾਲਾ ਸਮਝ ਕੇ ਆ ਪਹੁੰਚਦੇ। ਗੁਰੂ ਸਾਹਿਬ ਦੁਵੱਲੀ ਸੁਣ ਕੇ ਨਿਬੇੜਾ ਕਰ ਦਿੰਦੇ ਅਤੇ ਇਹ ਲੋਕ ਸਿਰ ਮੱਥੇ ਉੱਤੇ ਮੰਨ ਟੁਰਦੇ। ਗੁਰੂ ਦਰੋਹੀ ਇਹ ਵੱਧ ਰਿਹਾ ਪ੍ਰਤਾਪ ਅਤੇ ਬਲ ਵੇਖ ਕੇ ਘਬਰਾ ਰਹੇ ਸਨ। ਹੁੰਦੇ ਹੁੰਦੇ ਲਿਖੇ ਹਾਲਾਤ ਤੋਂ ਪਤਾ ਚੱਲਦਾ ਹੈ ਕਿ ਫਿਰ ਗੁਰੂ ਵਿਰੁੱਧ ਘੋਰ ਮਸੋਰ ਹੋ ਕੇ ਇੱਕ ਵਿਉਂਤ ਕਰਕੇ ਜਹਾਂਗੀਰ ਦੇ ਕੰਨ ਭਰੇ ਗਏ ਕਿ ਨਵਾਂ ਗੁਰੂ ਪਾਤਸ਼ਾਹੀ ਦਾ ਦਾਅਵੇਦਾਰ ਬਣ ਰਿਹਾ ਹੈ ਅਤੇ ਫੌਜਾਂ ਇਕੱਠੀਆਂ ਕਰ ਰਿਹਾ ਹੈ। ਆਪਣਾ ਠਾਠ ਵੀ ਪਾਤਸ਼ਾਹੀ ਕਰ ਲਿਆ ਸੋ। ਤਖਤ ਉੱਤੇ ਬੈਠਦਾ ਅਤੇ ਨਿਆਂ ਵੀ ਕਰਦਾ ਹੈ। ਇਸ ਦਾ ਹੁਣੇ ਪ੍ਰਬੰਧ ਲੋੜੀਏ। ਜਹਾਂਗੀਰ ਨੇ ਵਜ਼ੀਰ ਖਾਂ ਆਪਣੇ ਮੋਹਤਬਰ ਅਹੁਦੇਦਾਰ ਨਾਲ ਗੱਲਬਾਤ ਗਿਣੀ ਅਤੇ ਕਿਹਾ ਕਿ ਗੁਰੂ ਜੀ ਨੂੰ ਦਿੱਲੀ ਲੈ ਆਓ। ਜਾਪਦਾ ਹੈ ਕਿ ਵਜ਼ੀਰ ਖਾਂ ਨੇ ਕੁਛ ਸਹਿੰਦੀ ਗੱਲਬਾਤ ਗੁਰੂ ਪੱਖ ਦੀ ਕੀਤੀ ਕਿ ਗੁਰੂ ਧਾਰਮਿਕ ਆਗੂ ਹੈ, ਅਜੇ ਉਮਰ ਛੋਟੀ ਹੈ, ਪਰ ਸਾਹਿਬ ਕਸ਼ਫ ਹੈ। ਸਾਹਿਬ ਕਸ਼ਫ ਭਾਵ ਆਤਮ ਰਸੀਆ ਅਤੇ ਕਰਾਮਾਤੀ ਹੈ। ਲੋਕ ਇਸ ਕਰਕੇ ਬਹੁਤ ਸਨਮਾਨ ਕਰਦੇ ਹਨ। ਕੋਈ ਅਪਰਾਧ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ। ਘੋੜੇ, ਸਿਪਾਹੀ, ਹੋਰ ਵੀ ਕਈ ਅਮੀਰ ਜੋ ਸਰਕਾਰੀ ਨੌਕਰ ਨਹੀਂ ਰੱਖਦੇ ਹਨ। ਕਈ ਪੀਰਾਂ ਪਾਸ ਵੀ ਜਵਾਨ ਹਨ। ਜਿੱਥੇ ਗੁਰੂ ਰਹਿੰਦਾ ਹੈ ਨਗਰੀ ਆਪ ਵਸਾਈ ਹੈ। ਉਹ ਥਾਂ ਮਾਝੇ ਦਾ ਸਿਰਾ ਹੈ। ਮਾਝੇ ਵਿੱਚ ਕਈ ਠੱਗ ਧਾੜਵੀ ਹਨ। ਕੀ ਜਾਣੀਏ ਆਪਣੀ ਨਗਰੀ ਦੀ ਰਾਖੀ ਲਈ ਕੁਛ ਜਵਾਨ ਰੱਖੇ ਹੋਣ। ਇਸ ਲਈ ਹਜ਼ੂਰ ਜੋ ਚਾਹੋ ਸੋ ਕਰੋ, ਪਰ ਹੋਰ ਪੜਤਾਲ ਕਰ ਲਓ ਤਾਂ ਚੰਗਾ ਹੈ। ਆਪ ਇਨਸਾਫ ਦੇ ਲਈ ਸਦਾ ਤਤਪਰ ਹੋ ਤੇ ਮਸ਼ਹੂਰ ਹੋ। ਜਹਾਂਗੀਰ ਨੇ ਦਿਲ ਦੀ ਗੱਲ ਤਾਂ ਕਹੀ ਨਹੀਂ, ਇਤਨਾ ਹੀ ਕਿਹਾ ਤੂੰ ਆਪ ਜਾ, ਨਾਲ ਕਿੰਚ ਬੇਗ ਨੂੰ ਲੈ ਜਾ। ਹਾਲਾਤ ਆਪ ਦੇਖ ਭਾਲ ਆ ਅਤੇ ਆ ਕੇ ਦੱਸ, ਪਰ ਗੁਰੂ ਨੂੰ ਆਪਣੇ ਨਾਲ ਲੈ ਕੇ ਆ। ਜੇ ਕੁਛ ਗੱਲ ਹੈ ਤਾਂ ਪਾਤਸ਼ਾਹੀ ਜਲਾਲ ਦੇਖ ਕੇ ਗੁਰੂ ਆਪੇ ਹੋਸ਼ ਵਿੱਚ ਆ ਜਾਸੀ। ਤਦ ਵਜ਼ੀਰ ਖਾਂ ਨੇ ਸਿਰ ਨਿਵਾ ਕੇ ਕਿਹਾ, ਹਾਂ ਹਜ਼ੂਰ, ਆਪ ਦੇਖੋਗੇ ਤਾਂ ਪੂਰੀ ਤਸੱਲੀ ਹੋ ਜਾਏਗੀ ਕਿ ਗੁਰੂ ਦੀਨਤਾ ਹਾਦੀ ਹੈ ਅਤੇ ਉਸ ਦਾ ਦੁਨਿਆਵੀ ਪ੍ਰਤਾਪ ਦੀਨੀ ਪ੍ਰਤਾਪ ਕਰਕੇ ਹੈ ਅਤੇ ਵੱਧਦਾ ਹੈ। ਵਜ਼ੀਰ ਖਾਂ ਦਾ ਪ੍ਰਸੰਗ ਅਸ਼ਟਗੁਰ ਚਮਤਕਾਰ ਵਿੱਚ ਪੰਚਮ ਗੁਰੂ ਜੀ ਦੇ ਹਾਲ ਵਿੱਚ ਆ ਚੁੱਕਾ ਹੈ। ਉਹ ਅਸਲ ਵਿੱਚ ਪੱਕੇ ਨਿਸ਼ਚੇ ਵਾਲਾ ਸਿੱਖ ਸੀ ਅਤੇ ਇਸੇ ਕਰਕੇ ਗੁਰੂ ਜੀ ਦਾ ਪੂਰਾ ਪੱਖ ਕਰਦਾ ਸੀ। ਕਿੰਚ ਬੇਗ ਸਿੱਖ ਤਾਂ ਨਹੀਂ ਸੀ, ਪਰ ਖੋਟੇ ਦਿਲ ਵਾਲਾ ਨਹੀਂ ਸੀ। ਦੋਏ ਹੁਣ ਦਿੱਲੀਓਂ ਟੁਰ ਕੇ ਰਾਮਦਾਸਪੁਰੇ ਆ ਗਏ। ਗੱਲ ਕੀ ਵਜ਼ੀਰ ਖਾਂ ਤੇ ਕਿੰਚ ਬੇਗ ਦਿੱਲੀ ਤੋਂ ਚੱਲ ਕੇ ਰਾਮਦਾਸਪੁਰੇ ਆਏ
ਸਤਿਗੁਰੂ ਜੀ ਨੂੰ ਅਦਬ ਨਾਲ ਮਿਲੇ ਅਤੇ ਦੱਸਿਆ ਕਿ ਪਾਤਸ਼ਾਹ ਨੇ ਆਪ ਨੂੰ ਦਿੱਲੀ ਦਰਸ਼ਨ ਦੇਣ ਲਈ ਸੱਦਿਆ ਹੈ। ਗੁਰੂ ਜੀ ਨੇ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਬਹੁਤੀ ਗੱਲੇ ਕੁਛ ਚੁਗਲੀਆਂ ਵੈਰੀਆਂ ਨੇ ਕੀਤੀਆਂ ਹਨ ਅਤੇ ਉਸ ਨੂੰ ਸ਼ੱਕ ਪਏ ਹਨ। ਆਪ ਜੇ ਚਲੇ ਚੱਲੋ ਤਾਂ ਮੌਕਿਆ ਬਣ ਸਕਦਾ ਹੈ। ਸਾਰੀ ਗੱਲ ਦੀ ਅਸਲੀਅਤ ਪਾਤਸ਼ਾਹ 'ਤੇ ਖੁੱਲ੍ਹ ਪੈਣ ਦਾ ਅਤੇ ਕੁਛ ਚੰਗੀ ਗੱਲ ਹੋ ਜਾਣ ਦਾ। ਵੈਸੇ ਕੋਈ ਖਤਰਾ ਅੱਗੇ ਵਾਂਗੂ ਨਹੀਂ, ਕਿਉਂਕਿ ਕੋਈ ਖਾਸ ਗੱਲ ਐਸੀ ਨਹੀਂ ਕਿ ਪਾਤਸ਼ਾਹ ਕੋਈ ਜ਼ੁਲਮ ਕਰੇ। ਕੋਈ ਕਾਰਨ ਉਸ ਦੇ ਹੱਥ ਵਿੱਚ ਨਹੀਂ ਹੈ। ਵੈਸੇ ਉਹ ਆਪਣੇ ਇਨਸਾਫ ਦਾ ਆਪ ਬੜੇ ਫਖਰ ਕਰਨੇ ਵਾਲਾ ਵੀ ਹੈ। ਕੋਈ ਕਾਰਨ ਮਿਲੇ ਬਿਨਾਂ ਕੋਈ ਉਪਦਰਵ ਨਾ ਕਰ ਸਕੇਗਾ। ਅਸੀਂ ਵੀ ਆਪ ਦੇ ਦਾਸ ਕੋਲ ਹਾਂ। ਜਦ ਡੇਰੇ ਖਬਰ ਹੋਈ ਕਿ ਪਾਤਸ਼ਾਹੀ ਸੱਦਾ ਆਇਆ ਹੈ ਤਾਂ ਪਹਿਲੋਂ ਤਾਂ ਬੜੀ ਘਬਰਾਹਟ ਹੋਈ। ਪਿਛਲਾ ਸੱਦਾ ਯਾਦ ਕਰਕੇ ਫਿਕਰ ਪੈਣਾ ਹੀ ਸੀ। ਭਾਈ ਬੁੱਢਾ ਅਤੇ ਭਾਈ ਗੁਰਦਾਸ ਨਾਲ ਵਿਚਾਰ ਕਰਨ 'ਤੇ ਸਤਿਗੁਰੂ ਜੀ ਦੀ ਆਪਣੀ ਸਲਾਹ ਜਾਣ ਦੀ ਬਣੀ, ਪਰ ਮਾਤਾ ਜੀ ਅਤੇ ਹੋਰ ਨਿਕਟਵਰਤੀ ਉਦਾਸੀ ਵਿੱਚ ਸਨ। ਫਿਰ ਮਾਤਾ ਜੀ ਨੂੰ ਗੁਰੂ ਜੀ ਦੇ ਸਮਝਾਉਣ ਪਰ ਕੁਛ ਤਸੱਲੀ ਹੋ ਗਈ ਅਤੇ ਬਾਕੀ ਸੰਗਤ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਸਮਝਾਉਣ ਪਰ ਮੰਨ ਗਈ। ਇਉਂ ਗੁਰੂ ਜੀ ਟੁਰ ਪਏ ਅਤੇ 2 ਕੋਹਾਂ ਉੱਤੇ ਪਹਿਲਾ ਡੇਰਾ ਕੀਤਾ। ਉੱਥੇ ਰਾਤ ਰਹਿ ਕੇ ਗੁਰੂ ਜੀ ਨੇ ਸਵੇਰੇ ਵਾਰ ਦਾ ਭੋਗ ਪਾ ਕੇ ਸੰਗਤਾਂ ਨੂੰ ਵਿਦਾ ਕੀਤਾ ਅਤੇ ਆਪ ਅੱਗੇ ਟੁਰੇ। ਸ਼੍ਰੀ ਗੁਰੂ ਜੀ ਨੇ ਹਰਿਮੰਦਰ ਦੀ ਕੀਰਤਨ ਆਦਿ ਦੀ ਮਰਿਆਦਾ, ਆਈਆਂ ਸੰਗਤਾਂ ਨੂੰ ਉਪਦੇਸ਼ ਅਤੇ ਹੋਰ ਕੰਮ, ਭਾਈ ਬੁੱਢਾ ਜੀ ਨੂੰ ਲੰਗਰ ਦਾ ਪ੍ਰਬੰਧ, ਭਾਈ ਗੁਰਦਾਸ ਜੀ ਨੂੰ ਸੰਗਤਾਂ ਦੀ ਖਾਤਰ ਰਹਿائش ਦਾ ਬੰਦੋਬਸਤ ਅਤੇ ਨਗਰੀ ਤੇ ਮੰਦਰਾਂ ਦੀ ਹੋਰ ਸਾਰੀ ਸਪੁਰਦੀ ਕੀਤੀ। ਗੱਲ ਕੀ, ਪ੍ਰਬੰਧ ਤੇ ਪ੍ਰਚਾਰ ਦੇ ਸਾਰੇ ਕੰਮ ਦੋਹਾਂ ਦੀ ਸਪੁਰਦੀ ਵਿੱਚ ਦਿੱਤੇ। ਫਿਰ ਮਾਤਾ ਜੀ ਦੀ ਆਗਿਆ ਪਾਲਣ ਦੀ ਦੋਹਾਂ ਨੂੰ ਤਾਕੀਦ ਕੀਤੀ ਅਤੇ ਇਹਨਾਂ ਦੇ ਨਾਲ ਜਾਂ ਆਗਿਆ ਵਿੱਚ ਭਾਈ ਬਹਿਲੋ, ਭਾਈ ਭਗਤੂ ਆਦਿ ਨਗਰ ਦੇ ਪ੍ਰਬੰਧ ਵਿੱਚ ਲਾਏ। ਹੋਰ ਸ਼ਹਿਰੀਆਂ ਨੂੰ ਸਮੱਤ ਦਿੱਤੀ ਕਿ ਸੋਹਣੀ ਤਰ੍ਹਾਂ ਪਰਸਪਰ ਪਿਆਰ, ਨੇਕੀ ਅਤੇ ਨਾਮ ਸਿਮਰਨ ਦਾ ਜੀਵਨ ਬਣਾਓ, ਪਰ ਉਪਕਾਰ ਕਰੋ ਅਤੇ ਪਾਪ ਕਰਮਾਂ ਤੋਂ ਸਦਾ ਬਚੋ। ਤਵਾਰੀਖ ਗੁਰੂ ਖਾਲਸਾ ਮੂਜਬ ਸ਼੍ਰੀ ਗੁਰੂ ਜੀ ਦੇ ਸਿੱਖ ਦਾਨੇ, ਸੂਰਬੀਰ, ਧਰਮੀ ਅਤੇ ਪਰ ਉਪਕਾਰੀ ਸੱਜਣ ਆਪਣੇ ਨਾਲ ਲਏ। ਭਾਈ ਬਿਧੀ ਚੰਦ, ਜੇਠਾ, ਪੈੜਾ, ਮੋਖਾ, ਰਾਜੂ, ਭਾਈ ਸਨਮੁਖ, ਭਾਈ ਦਿਲਵਾਲੀ, ਭਾਈ ਭਾਨਾ, ਭਾਈ ਮੁਨਸ਼ੀ, ਬਟਾਲੇ ਵਾਲਾ ਬੈਲ ਖੱਤਰੀ, ਭਾਈ ਕਾਲੀ ਦੀਨ, ਭਾਈ ਮੋਹਨ, ਭਾਈ ਦੇਵੀ ਸਿੰਘ, ਪੂਰਬੀਏ ਸੁੰਦਰਦਾਸ, ਵੈਰਾਗੀ ਗੰਗੂ ਸਿੰਘ, ਬਹਾਦਰ ਜੈਤਾ, ਸ਼ੇਰ ਗੁਰੂ ਕਾ, ਭਾਈ ਕਾਲਾ, ਭਾਈ ਤਖਤਾ ਮਲਵਈ, ਦੁਲੱਤ ਜੱਟ, ਜਿਹੜੇ ਅੱਧੇ ਅੱਧੇ ਮਨ ਦੀ ਸਾਂਗ ਰੱਖਦੇ ਸੀ, ਭਾਈ ਤਿਲੋਕ ਚੰਦ ਰਸਾਲਦਾਰ, ਭਾਈ ਲਾਲੂ ਬਾਲੂ ਦੀਵਾਨ ਅਤੇ ਭਾਈ ਸ਼ੇਰੂ ਆਦਿ। ਤਵਾਰੀਖ ਗੁਰੂ ਖਾਲਸਾ ਮੂਜਬ ਆਪ 1773 ਬਿਕਰਮੀ ਜੇਠ 3 ਨੂੰ ਟੁਰੇ, ਪਰ ਮੈਕਾਲਫ ਅਤੇ ਹੋਰ ਹਿਸਾਬ ਨਾਲ ਆਪ 1669 ਮਾਘ ਵਿੱਚ ਟੁਰੇ। ਇਸ ਪਿਛਲੇ ਹਿਸਾਬ ਮੂਜਬ ਆਪ ਦੀ ਉਮਰ ਹੁਣ 17 ਸਾਲ ਦੀ ਸੀ। ਤਵਾਰੀਖ ਗੁਰੂ ਖਾਲਸਾ ਦੇ ਹਿਸਾਬ ਨਾਲ 20 ਸਾਲ ਦੀ। ਆਪ ਦੀ ਸੂਰਤ ਬਹੁਤ ਸੁੰਦਰ ਸੀ। ਸਰੀਰ ਬੜਾ ਸੁਡੌਲ ਅਤੇ ਕੱਦ ਚੋਖਾ ਲੰਬਾ ਹੋ ਗਿਆ ਸੀ। ਇੱਕ ਵਿਦੇਸ਼ੀ ਲੇਖਕ ਲਿਖਦਾ ਹੈ ਕਿ ਆਪ ਦੇ ਮੋਢਿਆਂ ਤੱਕ ਲੰਮੇ ਤੋਂ ਲੰਮੇ ਆਦਮੀ ਦਾ ਸਿਰ ਮਸਾਂ ਪੜਦਾ ਸੀ। ਗੁਰੂ ਸਾਹਿਬ ਕੂਚ ਕਰਕੇ ਤਰਨਤਾਰਨ ਆਏ। ਇੱਥੋਂ ਆਰਾਮ ਕਰਕੇ ਅਗਲੇ ਦਿਨ ਖਡੂਰ ਸਾਹਿਬ, ਫਿਰ ਗੋਇੰਦਵਾਲ ਸਾਹਿਬ, ਸੁਲਤਾਨਪੁਰ ਹੁੰਦੇ ਰਾਤਾਂ ਰਸਤੇ ਵਿੱਚ ਠਹਿਰਦੇ ਪਹੋਏ ਜਾ ਉਤਰੇ। ਇੱਥੋਂ ਟੁਰੇ ਦਿੱਲੀ ਜਾ ਪਹੁੰਚੇ ਅਤੇ ਮਜਨੂ ਦੇ ਟਿੱਲੇ ਡੇਰਾ ਕੀਤਾ। ਇਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਫ਼ਰ ਕਰਦੇ ਹੋਏ, ਰਸਤੇ ਦੇ ਵਿੱਚ ਸੰਗਤਾਂ ਨੂੰ ਤਾਰਦੇ ਹੋਏ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਦਿੱਲੀ ਵੱਲ ਨੂੰ ਜਾ ਰਹੇ ਹਨ। ਇਸ ਦੇ ਵਿੱਚ ਜ਼ਿਕਰ ਆਇਆ ਹੈ ਖਡੂਰ ਸਾਹਿਬ ਦਾ। ਖਡੂਰ ਸਾਹਿਬ
ਕਿਉਂਕਿ ਰਸਤੇ ਦੇ ਵਿੱਚ ਪੈਂਦਾ ਸੀ। ਜਦੋਂ ਕਿਸੇ ਨੇ ਦਿੱਲੀ ਜਾਣਾ ਹੋਵੇ ਤਾਂ ਵੀ ਰਸਤੇ ਵਿੱਚ ਖਡੂਰ ਸਾਹਿਬ ਪੈਂਦਾ ਸੀ, ਗੋਇੰਦਵਾਲ ਸਾਹਿਬ ਵੀ ਰਸਤੇ 'ਚ ਪੈਂਦਾ ਸੀ, ਸੁਲਤਾਨਪੁਰ ਲੋਧੀ ਵੀ ਇਸੇ ਰਸਤੇ ਵਿੱਚ ਆ ਜਾਂਦਾ ਸੀ। ਅਗਰ ਕਿਸੇ ਨੇ ਲਾਹੌਰ ਜਾਣਾ ਹੋਵੇ ਦਿੱਲੀ ਤੋਂ, ਉਦੋਂ ਵੀ ਰਸਤੇ ਦੇ ਵਿੱਚ ਇਹੋ ਹੀ ਸਟੇ ਆਉਂਦੇ ਸੀ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨ ਤਾਰਨ ਸਾਹਿਬ। ਇਸ ਤਰ੍ਹਾਂ ਲੋਕੀ ਸਫ਼ਰ ਕਰਿਆ ਕਰਦੇ ਸੀ। ਜਿਹੜਾ ਸਾਧ ਸੰਗਤ ਜੀ ਖਡੂਰ ਸਾਹਿਬ ਨਗਰ ਆ, ਉੱਥੇ 8 ਗੁਰੂ ਸਾਹਿਬਾਨਾਂ ਨੇ ਚਰਨ ਪਾਏ ਨੇ। 8 ਗੁਰੂ ਸਾਹਿਬਾਨ ਦੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਖਡੂਰ ਸਾਹਿਬ। ਕਿਧਰੇ ਮੌਕਾ ਬਣੇ ਤੇ ਉਸ ਪਾਵਨ ਸਥਾਨ ਦੇ ਵੀ ਦਰਸ਼ਨ ਦਿਦਾਰੇ ਕਰੀਏ। ਇੱਥੋਂ 125 ਕਿਲੋਮੀਟਰ ਦੀ ਦੂਰੀ 'ਤੇ ਆ। ਇਹ ਸਾਰੇ ਸਥਾਨ ਲਾਗੇ ਲਾਗੇ ਹੀ ਨੇ। ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਇਹ ਰੂਟ ਆ ਇੱਕ। ਖਡੂਰ ਸਾਹਿਬ, ਤਰਨ ਤਾਰਨ ਸਾਹਿਬ, ਬੀੜ ਬਾਬਾ ਬੁੱਢਾ ਸਾਹਿਬ, ਝਬਾਲ। ਉਸ ਤੋਂ ਪਹਿਲਾਂ ਆ ਜਾਂਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਇੱਕੋ ਬੇਟੀ ਸੀ, ਬੀਬੀ ਵੀਰੋ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬੇਟੀ ਸੀ ਅਤੇ ਉਸ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਰਨਾ ਅਤੇ ਅੰਮ੍ਰਿਤਸਰ ਸਾਹਿਬ ਵਿੱਚ ਸੀ। ਉੱਥੇ ਇੱਕਦਮ ਜੰਗ ਕਰਨੀ ਪੈ ਗਈ, ਮੁਗਲ ਚੜ੍ਹਾਈ ਕਰਕੇ ਆ ਗਏ। ਫਿਰ ਅੰਮ੍ਰਿਤਸਰ ਸਾਹਿਬ ਤੋਂ ਸਾਰਾ ਵਿਆਹ ਦਾ ਪ੍ਰੋਗਰਾਮ ਕੈਂਸਲ ਕਰਕੇ ਅਤੇ ਐਟ ਏ ਟਾਈਮ ਉਹ ਝਬਾਲ ਦੇ ਵਿੱਚ ਸਾਰਾ ਅਰੇਂਜ ਕਰਨਾ ਪਿਆ। ਉੱਥੇ ਸਾਧ ਸੰਗਤ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਪੁੱਤਰੀ ਦੇ ਵਿਆਹ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਝਬਾਲ ਤੋਂ ਬਾਅਦ ਫਿਰ ਬੀੜ ਬਾਬਾ ਬੁੱਢਾ ਸਾਹਿਬ। ਉਸ ਤੋਂ ਅਗਾਂਹ ਚਲੇ ਜਾਓ, ਅੱਗੇ ਫਿਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਸਥਾਨ ਆ ਜਾਂਦਾ। ਗੁਰਦੁਆਰਾ ਸੰਨ ਸਾਹਿਬ, ਬਾਸਰ ਕੇ ਗਿੱਲਾਂ, ਜਿੱਥੇ ਗੁਰਦੁਆਰਾ ਸੰਨ ਸਾਹਿਬ ਬਣਿਆ। ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਇੱਕ ਕੋਠੇ ਨੂੰ ਸੰਨ ਲਾ ਕੇ, ਦਰਵਾਜ਼ਾ ਬੰਦ ਸੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ ਵੀ ਜਿਹੜਾ ਦਰਵਾਜ਼ਾ ਖੋਲ੍ਹ ਕੇ ਸਾਨੂੰ ਪ੍ਰਗਟ ਕਰੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨੇ, ਤਾਂ ਕਰਕੇ ਕੋਈ ਵੀ ਦਰਵਾਜ਼ਾ ਨਾ ਖੋਲ੍ਹੇ। ਬਾਬਾ ਬੁੱਢਾ ਸਾਹਿਬ ਜੀ ਨੇ ਸੋਚਿਆ ਵੀ ਗੁਰੂ ਸਾਹਿਬ ਨੇ ਇਹੋ ਹੀ ਹੁਕਮ ਕੀਤਾ ਵੀ ਦਰਵਾਜ਼ਾ ਨਹੀਂ ਖੋਲ੍ਹਣਾ, ਅਤੇ ਦਰਵਾਜ਼ਾ ਨਹੀਂ ਖੋਲ੍ਹਦੇ, ਕੋਠੇ ਦੇ ਵਿੱਚ ਤਾਂ ਸੰਨ ਲਾ ਸਕਦੇ ਆ, ਕੋਠੇ ਨੂੰ ਪਿਛਲੇ ਪਾਸਿਓਂ ਤਾਂ ਪਾੜ ਹੀ ਸਕਦੇ ਆ ਨਾ। ਬਾਬਾ ਬੁੱਢਾ ਜੀ ਨੇ ਕੀ ਕੀਤਾ ਵੀ ਉਸ ਕੋਠੇ ਨੂੰ ਪਿਛਲੇ ਪਾਸਿਓਂ ਪਾੜਨਾ ਸ਼ੁਰੂ ਕਰ ਦਿੱਤਾ। ਪੁਰਾਣੇ ਸਮੇਂ 'ਚ ਤੁਹਾਨੂੰ ਪਤਾ ਮੋਟੀਆਂ ਮੋਟੀਆਂ ਮਿੱਟੀ ਦੀਆਂ ਕੰਧਾਂ ਹੁੰਦੀਆਂ ਸੀ, ਉਹਨੂੰ ਪਿੱਛਿਓਂ ਪਾੜ ਕੇ ਅਤੇ ਉੱਧਰ ਦੀ ਅੰਦਰ ਵੜੇ। ਸਾਧ ਸੰਗਤ ਜੀ ਲੰਮੇ ਪੈ ਕੇ, ਜਿਵੇਂ ਕੋਈ ਛੋਟਾ ਜਿਹਾ ਰਸਤਾ ਹੋਵੇ ਅਤੇ ਉਹਦੇ ਵਿੱਚੋਂ ਦੀ ਲੰਮੇ ਪੈ ਕੇ ਨਾ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅੰਦਰ ਗਏ, ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਮਸਕਾਰ ਕੀਤੀ। ਬਾਬਾ ਅਮਰਦਾਸ ਜੀ ਇਸ ਗੱਲ ਦੇ ਉੱਤੇ ਨਾਰਾਜ਼ ਹੋਏ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਤਖਤੇ ਦੇ ਉੱਤੇ ਲਿਖ ਕੇ ਲਾਇਆ ਵੀ ਕਿਸੇ ਨੇ ਸਾਨੂੰ ਪ੍ਰਗਟ ਨਹੀਂ ਕਰਨਾ, ਅਤੇ ਬਾਬਾ ਬੁੱਢਾ ਜੀ ਤੁਸੀਂ ਆ ਕਿਉਂ ਆਏ ਅੰਦਰ? ਬਾਬਾ ਬੁੱਢਾ ਜੀ ਨੇ ਕਿਹਾ ਸਤਿਗੁਰੂ ਜੀ ਤੁਹਾਡਾ ਹੁਕਮ ਸਿਰ ਮੱਥੇ, ਮੈਂ ਤੁਹਾਡਾ ਹੁਕਮ ਮੰਨਿਆ। ਤੁਸੀਂ ਹੁਕਮ ਕੀਤਾ ਸੀ ਵੀ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਣਾ, ਮੈਂ ਗੁਰੂ ਸਾਹਿਬ ਜੀ ਦਰਵਾਜ਼ਾ ਖੋਲ੍ਹਿਆ ਹੀ ਨਹੀਂ। ਮੈਂ ਤਾਂ ਸਤਿਗੁਰੂ ਜੀ ਕੋਠੇ ਨੂੰ ਪਿੱਛੋਂ ਸੰਨ ਲਾ ਕੇ ਅੰਦਰ ਵੜਿਆ, ਜਿੱਦਾਂ ਪੁਰਾਣੇ ਸਮੇਂ 'ਚ ਚੋਰ ਸੰਨ ਲਾ ਲੈਂਦੇ ਸੀ ਨਾ, ਸਾਰਾ ਟੱਬਰ ਬਾਹਰ ਵਿਹੜੇ 'ਚ ਸੁੱਤਾ ਹੁੰਦਾ ਸੀ, ਉਹ ਚੋਰਾਂ ਨੇ ਪਿਛਲੇ ਪਾਸਿਓਂ ਮਕਾਨ ਦੀ ਕੰਧ ਪਾੜ ਲੈਣੀ ਅਤੇ ਅੰਦਰੋਂ ਵੜ ਕੇ ਸਾਰਾ ਕੁਝ ਲੁੱਟ ਲੈਣਾ। ਸਤਿਗੁਰੂ ਜੀ ਮੈਂ ਤਾਂ ਸੰਨ ਲਾ ਕੇ ਅੰਦਰ ਆਇਆ। ਅੱਜ ਵੀ ਸਾਧ ਸੰਗਤ ਜੀ ਉੱਥੇ ਗੁਰਦੁਆਰਾ ਸਾਹਿਬ ਬਣਿਆ, ਉਹਦਾ ਨਾਮ ਆ ਸੰਨ ਸਾਹਿਬ। ਅੱਜ ਵੀ ਉਸ ਜਾਤ ਦੇ ਵਿੱਚ ਉਸ ਤਰ੍ਹਾਂ ਦਾ ਇੱਕ ਮੋਰਾ ਰੱਖਿਆ ਹੋਇਆ ਵਾ, ਸੰਗਤਾਂ ਉਹਦੇ ਵਿੱਚੋਂ ਦੀ ਇਸ ਤਰ੍ਹਾਂ ਲੰਘਦੀਆਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਲੰਘੇ ਸਨ। ਅਤੇ ਉਹ ਗੁਰਦੁਆਰਾ ਸੰਨ ਸਾਹਿਬ ਆ, ਪਿੰਡ ਬਾਸਰ ਕੇ ਗਿੱਲਾਂ ਦੇ ਵਿੱਚ। ਉਸ ਤੋਂ ਅੱਗੇ ਚਲੇ ਜਾਓ, ਫਿਰ ਉੱਥੇ ਅੱਗੇ ਛੇਹਰਟਾ ਸਾਹਿਬ ਆ ਜਾਂਦਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਪਿੰਡ ਗੁਰੂ ਕੀ ਵਡਾਲੀ ਦੇ ਵਿੱਚ
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਵੱਲੋਂ ਲਗਾਇਆ ਹੋਇਆ ਇੰਨਾ ਵੱਡਾ ਖੂਹ ਵੀ ਜਿੱਥੋਂ ਇੱਕੋ ਵਾਰੀ 6 ਲੋਕੀ ਪਾਣੀ ਭਰ ਸਕਦੇ ਸੀ। ਨਹੀਂ ਤੇ ਆਮ ਖੂਹਾਂ ਦੇ ਉੱਤੇ 1 2 ਇੰਨੇ ਕੁ ਲੋਕੀ ਪਾਣੀ ਭਰਦੇ ਹੁੰਦੇ ਸੀ, ਕਿਉਂਕਿ ਉਹਤੇ ਜਿਹੜੀ ਹਰਟ ਚੱਲਦੀ ਸੀ ਉਹਦੇ ਉੱਤੇ ਰੱਸਾ ਲਪੇਟਿਆ ਹੁੰਦਾ ਸੀ। ਇੱਕ ਜਣੇ ਨੇ ਵਿੱਚ ਬਾਲਟੀ ਖੂਹ ਦੇ ਲਮਕਾ ਦਿੱਤੀ, ਫਿਰ ਉਹਨੇ ਕੱਢੀ, ਫਿਰ ਦੂਸਰੇ ਦੀ ਵਾਰੀ ਆਈ ਇਸ ਤਰ੍ਹਾਂ। ਜਾਂ ਕਈ ਖੂਹਾਂ ਦੇ ਉੱਤੇ 2 ਹਰਟਾਂ ਲੱਗੀਆਂ ਹੁੰਦੀਆਂ ਸੀ ਵੀ 2 ਜਣਿਆਂ ਨੇ ਪਾਣੀ ਕੱਢ ਲੈਣਾ। ਇਹ ਵੀ ਚੇਤਾ ਰੱਖੋ, ਖੂਹ ਦੇ ਵਿੱਚੋਂ ਪਾਣੀ ਮੁੱਕ ਵੀ ਜਾਂਦਾ ਹੁੰਦਾ ਸੀ, ਕਈ ਵਾਰੀ ਮੀਂਹ ਨਾ ਪੈਣਾ, ਖੂਹਾਂ ਦੇ ਵਿੱਚੋਂ ਪਾਣੀ ਸੁੱਕ ਜਾਣੇ, ਫਿਰ ਜਦੋਂ ਕਿਤੇ ਮੀਂਹ ਪੈਣਾ ਪਾਣੀ ਦਾ ਲੈਵਲ ਜਿਹੜਾ ਉੱਤੇ ਆ ਜਾਣਾ। ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇੰਨਾ ਵੱਡਾ ਖੂਹ ਲਵਾਇਆ 6 ਲੋਕੀ ਇਕੱਠੇ ਪਾਣੀ ਕੱਢ ਸਕਣ। ਉਹਨੂੰ ਕਹਿੰਦੇ ਨੇ 6 ਹਰਟਾ ਸਾਹਿਬ। ਉਸ ਤੋਂ ਅੱਗੇ ਚਲੇ ਜਾਓ ਤੇ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜਾਂਦਾ। ਤੇ ਅੰਮ੍ਰਿਤਸਰ ਸਾਹਿਬ ਦੇ ਨੇਕਾਂ ਇਤਿਹਾਸਕ ਗੁਰਦੁਆਰੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਰੂਟ ਬਣਦਾ ਹੈ ਸਾਰੀ ਯਾਤਰਾ ਦਾ। ਜਿਨ੍ਹਾਂ ਨੇ ਇਸ ਇਲਾਕੇ 'ਚੋਂ ਜਾਣਾ ਹੋਵੇ ਨਾ, ਆ ਨਵਾਂ ਸ਼ਹਿਰ ਜਲੰਧਰ ਵੱਲੋਂ ਇੱਧਰੋਂ ਜਾਣਾ ਹੋਵੇ, ਫਿਰ ਉਹ ਇਸ ਰੂਟ ਥਾਣੀ ਜਾਇਆ ਕਰਨ। ਤੇ ਜਦੋਂ ਆਉਣਾ ਵਾ ਫਿਰ ਰੂਟ ਚੇਂਜ ਕਰ ਦਿਓ। ਉਸ ਤੋਂ ਬਾਅਦ ਫਿਰ ਤੁਸੀਂ ਬਾਬਾ ਬਕਾਲਾ ਸਾਹਿਬ ਦੀ ਸਾਈਡ ਥਾਣੀ ਆ ਸਕਦੇ ਹੋ। ਇਹ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਲਾਗੇ ਲਾਗੇ ਹੀ ਹਨ। ਪਰ ਕਈ ਵਾਰੀ ਸਾਡੀ ਕਿੰਨੀ ਜ਼ਿੰਦਗੀ ਲੰਘ ਜਾਂਦੀ ਆ, ਅਸੀਂ ਦਰਸ਼ਨ ਦਿਦਾਰੇ ਕੀਤੇ ਨਹੀਂ ਹੁੰਦੇ। ਤੋ ਅੱਜ ਦੇ ਵਕਤ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਸਤਿਨਾਮ।